ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਭਰੋਸਾ ਪਾਉਂਦਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਿੰਨਾ ਕੋ ਮੈਂ ਜਾਣਨਾ ਜਾਂ ਜਿੰਨੇ ਕੋ ਸਾਡੇ ਫਾਜ਼ਿਲਕਾ ਵਾਸੀ ਪਰਮਜੀਤ ਬੈਠ ਜੀ ਨੂੰ ਜਾਣਦੇ ਨੇ, ਪਰਮਜੀਤ ਬੈਠ ਇੱਕ ਐਸੀ ਸ਼ਖਸੀਅਤ ਸੀ ਜਿਹੜੇ ਸਕੂਲ ਲੈਵਲ ਤੋਂ ਲੈ ਕੇ ਹੁਣ ਤੱਕ ਬਚਪਨ ਤੋਂ ਲੱਗੇ ਸੀ ਤੇ ਅਕਾਲੀ ਦਲ ਦੇ ਨਾਲ ਸੇਵਾ ਕਰ ਰਹੇ ਸੀ ਪਰ ਅਕਾਲੀ ਦਲ ਦਾ ਉਹਨਾਂ ਨੇ ਸਾਥ ਨਹੀਂ ਛੱਡਿਆ ਤੇ ਅਕਾਲੀ ਦਲ ਦੇ ਨਾਲ ਦੇ ਇਸ ਦਾ ਵੱਡਾ ਕਾਰਨ ਕੀ ਬਣਿਆ? ਅਮਰੋਲ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਪੈਦਾ ਹੋਇਆ। ਮੇਰੇ ਦਾਦਾ ਜੀ, ਮੇਰੇ ਫਾਦਰ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦੇ ਰਹੇ। ਸ਼੍ਰੋਮਣੀ ਅਕਾਲੀ ਦਲ 'ਚ ਪੈਦਾ ਹੋਇਆ, ਸ਼੍ਰੋਮਣੀ ਅਕਾਲੀ ਦਲ ਦੀ ਸੇਵਾ ਕਰਦਾ ਸੀ, ਸ਼੍ਰੋਮਣੀ ਅਕਾਲੀ ਦਲ 'ਚ ਹੀ ਹੈਗਾ, ਸ਼੍ਰੋਮਣੀ ਅਕਾਲੀ ਦਲ 'ਚ ਹੀ ਰਹਿਣਾ। ਇਹਦੇ 'ਚ ਕੋਈ ਦੋ ਰਾਏ ਨਹੀਂ ਹੈ। ਜਦੋਂ ਸਾਡਾ ਗੱਠਜੋੜ ਸੀ, ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਸੀ, ਫਾਜ਼ਿਲਕਾ ਹਲਕਾ ਜਿਹੜਾ ਹੈ ਉਹ ਬੀਜੇਪੀ ਦੇ ਕੋਟੇ ਦੇ ਵਿੱਚ ਸੀ, ਤਾਂ ਬੀਜੇਪੀ ਦਾ ਐਮਐਲਏ ਸ਼੍ਰੋਮਣੀ ਅਕਾਲੀ ਦਲ ਦਾ ਐਮਐਲਏ ਸੀ। ਉਹਨਾਂ ਵਾਸਤੇ ਕੰਮ ਕਰਨਾ ਵੀ ਸਾਡਾ ਫਰਜ਼ ਸੀ। ਸਾਨੂੰ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਹੁਕਮ ਸੀਗਾ ਵੀ ਆਪੋ ਆਪਣੇ ਹਲਕੇ ਦੇ ਵਿੱਚ ਤਨਦੇਹੀ ਨਾਲ ਕੰਮ ਕਰਨਾ, ਚਾਹੇ ਉੱਥੇ ਕੈਂਡੀਡੇਟ ਬੀਜੇਪੀ ਦਾ ਚਾਹੇ ਉਹ ਅਕਾਲੀ ਦਲ ਦਾ। ਤਾਂ ਉਦੋਂ ਵੀ ਤਨਦੇਹੀ ਨਾਲ ਕੰਮ ਕੀਤਾ, ਹੁਣ ਵੀ ਤਨਦੇਹੀ ਨਾਲ ਕੰਮ ਕਰਨਾ। ਤੁਸੀਂ ਕਿਹਾ ਵੀ ਉਹ ਅਕਾਲੀ ਦਲ ਭਾਜਪਾ ਦਾ ਗੱਠਜੋੜ ਹੋ ਕੇ ਵਜ੍ਹਾ ਨਾਲ ਅਕਾਲੀ ਦਲ ਦੇ ਉਮੀਦਵਾਰ ਸੀ, ਉਹਨਾਂ ਲਈ ਕੰਮ ਕਰਨਾ ਪਾਰਟੀ ਦਾ ਫਰਜ਼ ਸੀ, ਤੁਹਾਡੀ ਡਿਊਟੀ ਸੀ, ਤੁਸੀਂ ਆਪਣੀ ਡਿਊਟੀ ਬਖੂਬੀ ਨਿਭਾਈ। ਪਰ ਹੁਣ ਪਿਛਲੇ ਕੁਝ ਸਮੇਂ ਤੋਂ ਅਕਾਲੀ ਭਾਜਪਾ ਦਾ ਗੱਠਜੋੜ ਅਲੱਗ-ਅਲੱਗ ਹੋ ਗਿਆ। ਤੁਸੀਂ ਹੁਣ ਅਕਾਲੀ ਦਲ ਲਈ ਕੰਮ ਕਰ ਰਹੇ ਹੋ, ਉਦੋਂ ਤੁਹਾਡੀ ਭਾਜਪਾ ਨਾਲ ਗੱਠਜੋੜ ਹੋਣਾ ਬਹੁਤ ਨੇੜਤਾ ਸੀ। ਕੀ ਇਹ ਨੇੜਤਾ ਦੇ ਵਿੱਚ ਵੱਖਰੇ ਉਹਨਾਂ ਕੋਈ ਫਰਕ ਹੋਇਆ? ਦੇਖੋ, ਪਰਸਨਲ ਰਿਲੇਸ਼ਨ ਕਿਸੇ ਨਾਲ ਵੀ ਕਿਸੇ ਦੇ ਹੋਣੇ ਉਹ ਇੱਕ ਅਲੱਗ ਚੀਜ਼ ਹੈ। ਪਾਰਟੀ ਦਾ ਕੰਮ ਕਰਨਾ, ਸ਼੍ਰੋਮਣੀ ਅਕਾਲੀ ਦਲ ਦੇ ਵਫਾਦਾਰ ਸਿਪਾਹੀ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਕੰਮ ਕਰਨਾ। ਜਿੱਥੋਂ ਤੱਕ ਅਕਾਲੀ ਦਲ ਦੇ ਸਿਪਾਹੀ ਹੋਣ ਦੀ ਗੱਲ ਹੈ, ਜੋ ਲੱਗ ਰਿਹਾ ਵੀ ਆਉਣ ਵਾਲੇ ਫਰਵਰੀ ਦੇ ਵਿੱਚ ਜਿਹੜੇ 2022 ਲਗਭਗ 7-8 ਮਹੀਨੇ ਚੁਣਾਵਾਂ ਦੇ ਰਹਿ ਗਏ, ਉਦੋਂ ਅਕਾਲੀ ਦਲ ਹੁਣੇ ਅਲੱਗ ਪਾਰਟੀ ਦੇ ਤੌਰ ਤੇ ਕੰਮ ਕਰੇਗੀ, ਭਾਜਪਾ ਅਲੱਗ ਤੇ ਕਰੇਗੀ, ਕਾਂਗਰਸ ਅਲੱਗ ਤੇ ਕਰੇਗੀ ਤੇ ਇੱਕ ਨਵੀਂ ਪਾਰਟੀ ਰੂਪ ਵਿੱਚ ਉਭਰੀ ਆਮ ਆਦਮੀ ਅਲੱਗ ਤੇ ਕੰਮ ਕਰੇਗੀ। ਪਹਿਲਾਂ ਜਿਹੜਾ ਕਿ ਹਮੇਸ਼ਾ ਹੀ ਅਕਾਲੀ ਭਾਜਪਾ ਦੇ ਕਾਂਗਰਸ ਦੋ ਪਾਰਟੀਆਂ ਕੰਮ ਕਰ ਰਹੀਆਂ ਹੈ ਕਿ ਚਾਰ ਪਾਰਟੀਆਂ ਕੰਮ ਕਰ ਰਹੀਆਂ। ਤੁਸੀਂ ਅਕਾਲੀ ਦਲ ਨੂੰ ਉੱਥੇ ਕਿੱਥੇ ਵੇਖਦੇ ਹੋ ਵੀ ਅਕਾਲੀ ਦਲ ਕਿਸ ਲੈਵਲ ਤੇ ਖੜਾ ਤੇ ਕਿੱਥੇ ਦਾ ਕੰਮ? ਅਮਰੋਲ ਸਾਹਿਬ 2017 ਦੇ ਇਲੈਕਸ਼ਨ ਦੇ ਵਿੱਚ ਵੀ ਚਾਰ ਪਾਰਟੀਆਂ ਨੇ ਇਲੈਕਸ਼ਨ ਲੜਿਆ ਸੀ। ਮਤਲਬ ਤਿੰਨ ਪਾਰਟੀਆਂ ਦਾ ਆਪਸੀ ਜਿਹੜਾ ਇਲੈਕਸ਼ਨ ਸੀਗਾ, ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਉਹ ਜੁਆਇੰਟ ਇਲੈਕਸ਼ਨ ਲੜਿਆ ਸੀ। ਨੋ ਡਾਊਟ ਇਸ ਵਾਰੀ ਚਾਰ ਪਾਰਟੀਆਂ ਜਿਹੜੀਆਂ ਨੇ ਉਹ ਇਲੈਕਸ਼ਨ ਲੜਨਗੀਆਂ, ਪਰ ਮਗਰਲੇ 10 ਸਾਲ ਦਾ ਸਾਡਾ ਕੀਤਾ ਕੰਮ ਔਰ ਇਸ 4-4.25 ਸਾਲ ਦਾ ਕਾਂਗਰਸ ਦਾ ਕੀਤਾ ਕੰਮ ਇਹ ਪਬਲਿਕ ਦੇ ਸਾਹਮਣੇ ਹੈ। ਔਰ ਆਮ ਆਦਮੀ ਪਾਰਟੀ ਦੀ ਭੂਮਿਕਾ ਉਹ ਵੀ ਪਬਲਿਕ ਦੇ ਸਾਹਮਣੇ ਹੈ। ਬਗੈਰ ਝੂਠਾਂ ਤੋਂ, ਬਗੈਰ ਐਡਵਰਟਾਈਜ਼ਮੈਂਟ ਤੋਂ ਕੱਖ ਨਹੀਂ ਕੀਤਾ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦਾ ਵਿਕਾਸ ਕੀਤਾ। ਪੰਜਾਬ ਦੀ ਪਾਰਟੀ ਹੈ, ਪੰਜਾਬ ਪੰਜਾਬੀਅਤ ਵਾਸਤੇ ਕੰਮ ਕਰਦੀ ਹੈ, ਸ਼ਹੀਦਾਂ ਦੀ ਪਾਰਟੀ ਹੈ, 100 ਸਾਲ ਪੁਰਾਣੀ ਪਾਰਟੀ ਹੈ। ਇੱਥੇ ਹੁਕਮ ਦਿੱਲੀ ਤੋਂ ਨਹੀਂ ਆਉਂਦਾ, ਇੱਥੇ ਹੁਕਮ ਕਿਸੇ ਹੋਰ ਸਟੇਟ ਤੋਂ ਨਹੀਂ ਆਉਂਦਾ। ਪੰਜਾਬ ਦੀ ਪਾਰਟੀ ਹੈ, ਪੰਜਾਬ ਵਾਸਤੇ ਕੰਮ ਕਰਦੀ। ਤੁਸੀਂ ਕਿਹਾ 10 ਸਾਲ ਦਾ ਸਾਡਾ ਕੀਤਾ ਕੰਮ, ਇਹੀ ਕੰਮ ਭਾਜਪਾ ਵਾਲੇ ਕਹਿੰਦੇ ਨੇ 10 ਸਾਲ ਅਸੀਂ ਕੰਮ ਕੀਤਾ। ਜਦੋਂ ਕਿ ਇੱਕ ਨਵੀਂ ਚੁਣੌਤੀ ਪੇਸ਼ ਹੋਈ ਅਕਾਲੀ ਦਲ ਤੇ ਭਾਜਪਾ ਅਲੱਗ-ਅਲੱਗ ਕੰਮ ਕਰੇਗੀ, ਉਸ ਲੈਵਲ ਤੇ ਦੋਨਾਂ ਪਾਰਟੀਆਂ ਵਿੱਚੋਂ ਤੁਸੀਂ ਅਲੱਗ ਗ੍ਰਾਫ ਕਿੱਥੇ ਕਹਿੰਦੇ ਹੋ ਵੀ ਪਬਲਿਕ ਕਿੱਥੇ ਹੈ? ਬਿਲਕੁਲ ਠੀਕ ਗੱਲ ਹੈ ਅਬਰੋਲ ਸਾਹਿਬ। ਭਾਰਤੀ ਜਨਤਾ ਪਾਰਟੀ ਸਾਡੇ ਨਾਲ ਸੀ। ਮੇਨ ਕੰਮ ਗਿਣਿਆ ਜਾਂਦਾ ਮੁੱਖ ਮੰਤਰੀ ਦਾ ਵਿਜ਼ਨ ਸੀ, ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦਾ। ਔਰ ਸ਼੍ਰੋਮਣੀ ਅਕਾਲੀ ਦਲ ਨੇ ਜਿਹੜੇ ਕੰਮ ਕੀਤੇ ਨੇ ਉਹ ਇਤਿਹਾਸਕ ਕੰਮ ਕੀਤੇ ਨੇ। ਭਾਰਤੀ ਜਨਤਾ ਪਾਰਟੀ ਸਾਡੀ ਭਾਈਵਾਲ ਸੀ, ਉਹਦੇ ਵਿੱਚ ਕੋਈ ਸ਼ੱਕ ਵਾਲੀ ਗੱਲ ਨਹੀਂ ਹੈ, ਪਰ ਜਿਹੜੇ ਕੰਮ ਕੀਤੇ ਨੇ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ ਨੇ ਕੀਤੇ ਨੇ। ਉਹਨਾਂ ਦੀ ਦੂਰਅੰਦਾਜ਼ੀ ਸੋਚ ਜਿਹੜੀ ਸੀ ਉਹ ਪੰਜਾਬ ਨੂੰ ਬਹੁਤ ਉੱਤੇ ਲੈ ਗਈ ਸੀ। ਜਿਹੜੀ 4 ਸਾਲਾਂ ਦੇ ਵਿੱਚ ਉਹ ਗ੍ਰਾਫ ਜਿਹੜਾ ਚੱਕਿਆ ਗਿਆ ਸੀ ਮਗਰਲੇ 10 ਸਾਲਾਂ ਦੇ ਵਿੱਚ, ਉਹ 4 ਸਾਲਾਂ ਦੇ ਵਿੱਚ ਬਹੁਤ ਥੱਲੇ ਆ ਗਿਆ। ਅਸੀਂ 2022 ਦੇ ਵਿੱਚ ਲੋਕਾਂ ਨੇ ਸਰਕਾਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਬਣਾ ਦੇਣੀ ਹੈ, ਤਾਂ ਸਰਕਾਰ ਬਣਨ ਤੋਂ ਬਾਅਦ ਉਹ ਜਿਹੜਾ ਗ੍ਰਾਫ ਸੀਗਾ ਜਿਹੜਾ ਨੀਚੇ ਆ ਗਿਆ, ਉਹਨੂੰ ਚੱਕ ਕੇ ਪੰਜਾਬ ਦਾ ਜਿਹੜਾ ਹੈ ਉਹ ਦੇਖੇ ਉਹਨੂੰ ਬਦਲਣ ਦਾ ਕੰਮ ਕਰ। ਤੁਹਾਨੂੰ ਪਾਰਟੀ ਨੇ ਤੁਹਾਡੇ ਤੇ ਵਿਸ਼ਵਾਸ ਕਰਕੇ ਤੁਹਾਡੀ ਮਿਹਨਤ ਤੁਹਾਡੇ ਕੰਮਾਂ ਨੂੰ ਵੇਖਦੇ ਹੋਏ ਪੰਜਾਬ ਦੇ ਟਰਾਂਸਪੋਰਟ ਵਿੰਗ ਅਕਾਲੀ ਦਲ ਦਾ ਪ੍ਰਧਾਨ ਲਾਇਆ ਹੈ। ਪੰਜਾਬ ਦਾ ਟਰਾਂਸਪੋਰਟ ਦਲ ਅਕਾਲੀ ਦਲ ਦਾ ਜਿਹੜਾ ਵਿੰਗ ਹੈ, ਟਰਾਂਸਪੋਰਟ ਵਿੰਗ ਹੈ, ਇਹ ਕੀ ਕੰਮ ਕਰੇਗਾ ਜਿਹਦੇ ਨਾਲ ਪਾਰਟੀ ਦਾ ਗ੍ਰਾਫ ਉੱਪਰ ਹੋਵੇ? ਦੇਖੋ, ਜਿੱਥੇ ਇਹ ਵਿੰਗ ਸ਼੍ਰੋਮਣੀ ਅਕਾਲੀ ਦਲ ਵਾਸਤੇ ਕੰਮ ਕਰੇਗਾ,
ਉੱਥੇ ਟਰਾਂਸਪੋਰਟ ਦੇ ਧੰਦੇ ਨਾਲ ਜੁੜੇ ਹੋਏ ਲੋਕਾਂ ਵਾਸਤੇ ਵੀ ਅਸੀਂ ਬਹੁਤ ਕੰਮ ਕਰਦੇ ਹਾਂ। ਜਿਸ ਤਰ੍ਹਾਂ ਟਰਾਂਸਪੋਰਟ ਮੈਂ ਦੱਸਦਾ, ਟਰਾਂਸਪੋਰਟ ਦੇ ਵਿੱਚ ਰਿਕਸ਼ੇ ਵਾਲਾ, ਆਟੋ ਰਿਕਸ਼ੇ ਵਾਲਾ, ਪਿਕਅਪ ਵਾਲਾ, ਟੈਂਪੂ ਵਾਲਾ, ਕੈਂਟਰ ਵਾਲਾ, ਟਰੱਕ ਵਾਲਾ, ਮਿੰਨੀ ਬੱਸ ਵਾਲਾ, ਇਹ ਸਾਰੀਆਂ ਹੀ ਜਿੰਨਾ ਕਮਰਸ਼ੀਅਲ ਵਹੀਕਲ ਰੋਡ ਤੇ ਜਾਂਦਾ ਹੈ ਉਹ ਸਾਰੀ ਟਰਾਂਸਪੋਰਟ ਆ। ਰਿਕਸ਼ੇ ਵਾਲੇ ਦੀਆਂ ਬਹੁਤ ਪ੍ਰੋਬਲਮ ਨੇ, ਆਟੋ ਰਿਕਸ਼ੇ ਵਾਲੇ ਦੀਆਂ ਬਹੁਤ ਪ੍ਰੋਬਲਮ ਨੇ, ਡਰਾਈਵਰਸ ਦੀਆਂ ਬਹੁਤ ਪ੍ਰੋਬਲਮ ਨੇ, ਕੰਡਕਟਰ ਦੀਆਂ ਬਹੁਤ ਪ੍ਰੋਬਲਮ ਨੇ। ਸਰਦਾਰ ਮਨਿੰਦਰ ਸਿੰਘ ਨੇ ਪਾਵਰ ਦੇ ਵਿੱਚ ਆਉਂਦੇ ਹੀ ਟਰੱਕ ਯੂਨੀਅਨ ਪੰਜਾਬ ਦੀਆਂ ਤੋੜ ਦਿੱਤੀਆਂ, ਜਿਹਦੇ ਨਾਲ ਸਿੰਗਲ ਆਪਰੇਟਰ ਜਿਹੜੇ ਸੀਗੇ ਉਹ ਖਤਮ ਹੋ ਗਏ। ਸਹਾਇਕ ਧੰਦੇ ਦੇ ਤੌਰ ਤੇ ਟਰਾਂਸਪੋਰਟ ਟਰੱਕਿੰਗ ਦਾ ਕੰਮ ਜਿਹੜਾ ਹੈ ਉਹ ਖਾਸ ਕਰਕੇ ਜ਼ਿਮੀਂਦਾਰ ਲੋਕ ਸਹਾਇਕ ਧੰਦੇ ਦੇ ਤੌਰ ਤੇ ਕਰਦੇ ਸੀ, ਜਿਹੜਾ ਕਿ ਖਤਮ ਹੋ ਗਿਆ। ਜ਼ਿਮੀਂਦਾਰਾ ਪਹਿਲਾਂ ਹੀ ਜਿਹੜਾ ਹੈ ਉਹ ਇੱਕ ਬੋਝ ਬਣਿਆ ਹੋਇਆ ਹੈ, ਔਰ ਦੂਜਾ ਜਿਹੜਾ ਟਰੱਕਿੰਗ ਵੀ ਖਤਮ ਹੋ ਗਈ ਤੇ ਸੁਸਾਈਡ ਦਾ ਗ੍ਰਾਫ ਜਿਹੜਾ ਹੈ ਉਹ ਦਿਨ ਪ੍ਰਤੀ ਦਿਨ ਬਹੁਤ ਉੱਤੇ ਗਿਆ ਚਲਾ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੀਆਂ ਟਰੱਕ ਯੂਨੀਅਨ ਜਿਹੜੀਆਂ ਨੇ ਉਹ ਬਹਾਲ ਕੀਤੀਆਂ ਜਾਣਗੀਆਂ। ਉਸ ਤੋਂ ਮਗਰੋਂ ਡਰਾਈਵਰਾਂ ਵਾਸਤੇ, ਕੰਡਕਟਰਾਂ ਵਾਸਤੇ, ਬਾਕੀ ਵੀ ਜਿਹੜੀਆਂ ਟਰਾਂਸਪੋਰਟ ਨੇ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਰਿਕਸ਼ਾ ਹੈ, ਆਟੋ ਰਿਕਸ਼ਾ ਹੈ, ਹੋਰ ਵੀ ਇਸ ਤਰ੍ਹਾਂ ਦੀ ਜਿੰਨੀ ਵੀ ਟਰਾਂਸਪੋਰਟ ਹੈ, ਉਹਨਾਂ ਦੇ ਚਾਲਕਾਂ ਵਾਸਤੇ ਉਹਨਾਂ ਦੀਆਂ ਜਿੰਨੀਆਂ ਵੀ ਸਮੱਸਿਆਵਾਂ ਨੇ ਉਹਦੇ ਤੇ ਇੱਕ ਖਰੜਾ ਅਸੀਂ ਤਿਆਰ ਕਰਦੇ ਹਾਂ। ਉਹ ਬਹੁਤ ਜਲਦੀ ਅਸੀਂ ਮੀਡੀਆ ਦੇ ਰਾਹੀਂ ਪਬਲਿਕ ਦੇ ਵਿੱਚ ਲਿਆਵਾਂਗੇ। ਉਸ ਤੋਂ ਬਾਅਦ ਉਹਦੇ ਤੇ ਕੰਮ ਕਰਾਂਗੇ। ਸਰਕਾਰ ਆਉਣ ਤੇ ਅਸੀਂ ਬਹੁਤ ਵਧੀਆ ਕੰਮ ਜਿਹੜਾ ਹੈ ਉਹ ਇਸ ਲਾਈਨ ਦਾ ਕਰਾਂਗੇ। ਤੁਸੀਂ ਕਹਿ ਰਹੇ ਹੋ ਫਰਵਰੀ ਵਿੱਚ ਅਕਾਲੀ ਦਲ ਦੀ ਸਰਕਾਰ ਆਉਣ ਤੋਂ ਬਾਅਦ ਇਹ ਕੰਮ ਕੀਤੇ ਜਾਣਗੇ, ਜਦੋਂ ਕਿ ਮੌਜੂਦਾ ਸੱਤਾਧਾਰੀ ਪਾਰਟੀ ਕਾਂਗਰਸ ਤੇ ਵਿਰੋਧੀ ਧਿਰ ਆਮ ਆਦਮੀ ਵੱਲੋਂ ਇਹ ਇਲਜ਼ਾਮ ਲੱਗਦਾ ਹੈ ਕਿ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕੀਤੀ ਗਈ ਸੀ ਉਹ ਅਕਾਲੀ ਦਲ ਵੱਲੋਂ ਕੀਤੀ ਗਈ ਸੀ, ਜਿਸ ਦੇ ਖਿਲਾਫ ਅੱਜ ਵੀ ਲੋਕਾਂ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦੇ ਕਹਿਣ ਤੇ ਗੁੱਸਾ ਹੈ। ਪਰ ਤੁਸੀਂ ਇਹ ਕਿਸ ਢੰਗ ਨਾਲ ਕਹਿ ਰਹੇ ਹੋ ਕਿ ਇਹ ਚੀਜ਼ ਨਹੀਂ ਹੈ? ਅਬਰੋਲ ਸਾਹਿਬ ਦੇਖੋ, ਸ਼੍ਰੋਮਣੀ ਅਕਾਲੀ ਦਲ, ਮੈਂ ਪਹਿਲਾਂ ਵੀ ਕਿਹਾ, ਕਿਸਾਨਾਂ ਦੀ ਪਾਰਟੀ ਹੈ, ਸ਼ਹੀਦਾਂ ਦੀ ਪਾਰਟੀ ਹੈ। ਬੜੀਆਂ ਕੁਰਬਾਨੀਆਂ ਤੋਂ ਬਾਅਦ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਇਹ ਪਾਰਟੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨੀ ਤਾਂ ਬਹੁਤ ਦੂਰ ਦੀ ਗੱਲ ਹੈ, ਸੋਚਿਆ ਵੀ ਨਹੀਂ ਜਾ ਸਕਦਾ। ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ, ਦੂਜੀ ਵਾਰੀ ਸਰਕਾਰ ਦਾ ਰਿਪੀਟ ਹੋਣਾ, ਔਰ ਉਸ ਤੋਂ ਬਾਅਦ ਵੀ ਜਿਹੜਾ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਨਾਅਰਾ ਸੀ ਵੀ 25 ਸਾਲ ਜਿਹੜਾ ਰਾਜ ਕਰਾਂਗੇ, ਇਹ ਉਹਨੂੰ ਰੋਕਣ ਵਾਸਤੇ ਇੱਕ ਛਲੰਤਰ ਰਚਿਆ ਗਿਆ ਵਿਰੋਧੀਆਂ ਵੱਲੋਂ। ਉਹਨਾਂ ਨੂੰ ਦਿਖ ਰਿਹਾ ਸੀਗਾ ਵੀ ਕੰਮ ਦੇ ਵਿੱਚ ਇਹਨਾਂ ਦੀ ਕੋਈ ਤੋੜ ਨਹੀਂ ਹੈ। ਜਿੰਨੇ ਕੰਮ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਕਰ ਰਹੀ ਸੀ, ਜੋ ਵਿਜ਼ਨ ਸਰਦਾਰ ਸੁਖਬੀਰ ਸਿੰਘ ਬਾਦਲ ਲੈ ਕੇ ਚੱਲੇ ਸੀ, ਵਿਰੋਧੀਆਂ ਦੇ ਕੋਲ ਕੋਈ ਵੀ ਜਿਹੜਾ ਹੈ ਉਹ ਏਜੰਡਾ ਨਹੀਂ ਸੀ। ਤਾਂ ਉਹਨਾਂ ਨੇ ਇੱਕ ਘਟੀਆ ਰਾਜਨੀਤੀ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ ਜਿਹੜਾ ਇਹ ਕੰਮ ਕੀਤਾ, ਔਰ ਉਹਦੇ ਰਿਜ਼ਲਟ ਤੁਹਾਡੇ ਸਾਹਮਣੇ ਨੇ। ਕੁੰਵਰ ਵਿਜੇ ਪ੍ਰਤਾਪ ਜਿਹੜਾ ਹੈ ਉਹਨੇ 100% ਪੋਲੀਟੀਕਲ ਬਦਨਾਮ ਕਰਨ ਵਾਸਤੇ ਕੰਮ ਕੀਤਾ, ਤੇ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਉਹ ਸਾਰਾ ਤੁਹਾਡੇ ਸਾਹਮਣੇ ਲਿਆ। ਦੇਖੋ, ਉੱਥੇ ਸ਼੍ਰੋਮਣੀ ਅਕਾਲੀ ਦਲ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਰਟੀ ਵੀ ਨਹੀਂ ਸੀ। ਸਾਡੇ ਵੱਲੋਂ ਕੋਈ ਉੱਥੇ ਵਕੀਲ ਸਾਹਿਬਾਨ ਨੂੰ ਖੜਾ ਨਹੀਂ ਕੀਤਾ ਗਿਆ। ਥਰਡ ਪਾਰਟੀ ਨੇ ਜਿਹੜਾ ਉਹਨੂੰ ਚੈਲੰਜ ਕੀਤਾ ਤੇ ਸਾਰਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਗਿਆ। ਇਹੀ ਇੱਕ ਵੱਡਾ ਕਾਰਨ ਮੰਨਿਆ ਜਾ ਰਿਹਾ ਹੈ ਕਿ ਕਾਂਗਰਸ ਪਾਰਟੀ ਦੇ ਜਿਹੜੇ ਮੌਜੂਦਾ ਵਿਧਾਇਕ ਨੇ, ਨਵਜੋਤ ਸਿੰਘ ਸਿੱਧੂ, ਪ੍ਰਗਟ ਸਿੰਘ, ਉਹਨਾਂ ਵੱਲੋਂ ਇਲਜ਼ਾਮ ਲੱਗ ਰਿਹਾ ਹੈ ਵੀ ਅਕਾਲੀ ਦਲ ਦੇ ਜਿਹੜੇ ਸੁਪਰੀਮੋ ਨੇ ਬਾਦਲ ਪਰਿਵਾਰ ਤੇ ਕਾਂਗਰਸ ਦੇ ਮੁੱਖ ਮੰਤਰੀ ਜਿਹੜੇ ਕੈਪਟਨ ਅਮਰਿੰਦਰ ਸਿੰਘ, ਦੋਵੇਂ ਆਪਸ ਵਿੱਚ ਮਿਲੀ ਭਗਤ ਕਰਕੇ ਇਹ ਕੇਸ ਨੂੰ ਸਾਹਮਣੇ ਨਹੀਂ ਆਉਣ ਦੇਣ ਜਾ ਰਹੇ। ਅਮਰੋਲ ਸਾਹਿਬ ਦੇਖੋ, ਕੈਪਟਨ ਮਨਿੰਦਰ ਸਿੰਘ ਦਾ ਤਾਂ ਪੂਰਾ ਜ਼ੋਰ ਲੱਗਿਆ ਹੋਇਆ ਸੀ। ਜਿਹੜੇ ਰੰਧਾਵਾ ਸਾਹਿਬ ਮਿਨਿਸਟਰ ਨੇ, ਉਹਨਾਂ ਦਾ ਉਹ ਖਾਸ ਸੀ ਕੁੰਵਰ ਵਿਜੇ ਪ੍ਰਤਾਪ। ਰੰਧਾਵਾ ਸਾਹਿਬ ਨੇ ਕੈਪਟਨ ਸਾਹਿਬ ਨੂੰ ਕਹਿ ਕੇ ਉਹਨੂੰ ਲਵਾਇਆ ਸੀ। ਸਾਰਾ ਛਲੰਤਰ ਜਿਹੜਾ ਹੈ ਉਹ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਰਚਿਆ ਜਾ ਰਿਹਾ ਸੀ। ਉਹਦੇ ਵਾਸਤੇ ਕੈਪਟਨ ਮਨਿੰਦਰ ਸਿੰਘ ਦਾ ਤਾਂ ਪੂਰਾ ਜਿਹੜਾ ਹੈ ਉਹ ਤਨ ਮਨ ਦੇ ਨਾਲ ਉਹ ਲੱਗਿਆ ਹੋਇਆ ਸੀਗਾ ਸ਼੍ਰੋਮਣੀ ਅਕਾਲੀ ਦਲ ਨੂੰ ਬਦਨਾਮ ਕਰਨ ਵਾਸਤੇ। ਇੱਕ ਗੱਲ ਹੋਣਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ। ਮਤਲਬ ਇਹ ਤਾਂ ਐਵੇਂ, ਮੈਂ ਸਿੱਧੂ ਸਾਹਿਬ ਦੀ ਗੱਲ ਕਰਾਂ, ਕਦੇ ਉਹ ਬਾਪ ਹੈ ਤੇ ਕਦੇ ਉਹ ਸਾਡਾ ਕੈਪਟਨ ਹੀ ਨਹੀਂ ਹੈ। ਕੈਪਟਨ ਸਾਹਿਬ ਉਹਨਾਂ ਦੇ ਮੁੱਖ ਮੰਤਰੀ ਨੇ, ਉਹਨਾਂ ਦੇ ਐਮਐਲਏ ਨੇ, ਆਪਦੀ ਕਾਰਜਕਾਰੀ ਉਹਨਾਂ ਦੀ ਚੰਗੀ ਨਹੀਂ ਸੀ। ਮੁੱਖ ਮੰਤਰੀ ਦੇ ਕੋਲ ਅਧਿਕਾਰ ਨੇ, ਉਹਨਾਂ ਨੇ ਆਪਣੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆਂ ਜਦੋਂ ਲੋਕਾਂ ਨੇ ਰੌਲਾ ਪਾਇਆ ਤਾਂ ਉਹਨਾਂ ਨੇ ਉਹਨਾਂ ਦਾ ਡਿਪਾਰਟਮੈਂਟ ਚੇਂਜ ਕਰ ਦਿੱਤਾ। ਡਿਪਾਰਟਮੈਂਟ ਚੇਂਜ ਕਰ ਦਿੱਤਾ ਤੇ ਸਾਰਾ ਕੁਝ ਛੱਡ ਕੇ ਘਰ ਬਹਿ ਗਏ। ਅੱਜ ਇਲੈਕਸ਼ਨ ਆਏ ਨੇ, ਤੁਸੀਂ ਮੈਨੂੰ ਦੱਸੋ, ਦੁਨੀਆ ਕੋਵਿਡ ਦੇ ਨਾਲ ਮਰ ਰਹੀ ਹੈ। ਅੱਜ ਸਾਨੂੰ ਰਾਜਨੀਤੀ ਕਰਨ ਦਾ ਟਾਈਮ ਨਹੀਂ ਹੈ। ਜੇ ਅਸੀਂ ਬਚ ਗਏ ਤਾਂ ਰਾਜਨੀਤੀ ਕਰਨ ਵਾਸਤੇ ਬਹੁਤ ਟਾਈਮ ਆਏਗਾ। ਅੱਜ ਸਾਨੂੰ ਜਿਹੜੀ ਸਾਡੀ ਪਹਿਲੀ ਲੋੜ ਆ ਉਹ ਬਣਦੀ ਹੈ ਲੋਕਾਂ ਦੀ ਸੇਵਾ, ਮਾਨਵਤਾ ਦੀ ਸੇਵਾ।
ਤਾਂ ਅਸੀਂ ਰਾਜਨੀਤੀ ਕਰਦੇ ਆ, ਕਦੇ ਅਸੀਂ ਬਰਗਾੜੀ ਜਾ ਕੇ ਮੱਥਾ ਟੇਕਦੇ ਆ, ਕਦੇ ਅਸੀਂ ਪੰਚਕੂਲਾ ਦੇ ਵਿੱਚ ਮੀਟਿੰਗ ਕਰਦੇ ਆ, ਕਦੇ ਅਸੀਂ ਕੁਝ ਕਰਦੇ ਆ। ਸਾਨੂੰ ਤਾਂ ਸਿਰਫ ਆਪਦੀ ਸੀਟ ਦੀ, ਆਪਦੀ ਕੁਰਸੀ ਦੀ ਪਈ ਹੈ। ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਦਾ ਤੁਹਾਡੇ ਮਾਧਿਅਮ ਦੇ ਨਾਲ, ਸਿੱਧੂ ਸਾਹਿਬ ਪ੍ਰਮਾਤਮਾ ਤੁਹਾਡੀ ਉਮਰ ਲੰਮੀ ਕਰੇ, ਤੁਸੀਂ ਅਜੇ ਲੰਮੀ ਰਾਜਨੀਤੀ ਕਰਨੀ ਹੈ, ਜਦੋਂ ਮਰਜ਼ੀ ਕਰ ਲਿਆ ਜੇ। ਅੱਜ ਤੁਹਾਡੀਆਂ ਸੇਵਾਵਾਂ ਪੰਜਾਬ ਨੂੰ ਲੋੜ ਹੈ, ਪੰਜਾਬੀਅਤ ਨੂੰ ਲੋੜ ਹੈ। ਅੱਜ ਕਰੋਨਾ ਦੇ ਖਿਲਾਫ ਕੰਮ ਕਰੋ। ਸਰਦਾਰ ਸੁਖਬੀਰ ਸਿੰਘ ਬਾਦਲ ਦਾ ਇਹ ਮੁਕਾਬਲਾ ਕਰਦੇ ਨੇ। ਤੁਸੀਂ ਦੇਖੋ ਹਰ ਰੋਜ਼ ਕਿਤੇ ਨਾ ਕਿਤੇ ਜਿਹੜਾ ਕਰੋਨਾ ਨਾਲ ਰਿਲੇਟਡ, ਅੱਜ ਕੱਲ ਦੀ ਗੱਲ ਆ, ਕੱਲ ਦਮਦਮਾ ਸਾਹਿਬ ਦੇ ਵਿੱਚ ਜਿਹੜਾ ਹੈ ਉਹ ਕਰੋਨਾ ਦਾ ਹਸਪੀਟਲ, ਜਿਹੜਾ ਆਰਜੀ ਹਸਪੀਟਲ ਸਥਾਪਿਤ ਕੀਤਾ ਗਿਆ ਐਨ.ਕੇ. ਸ਼ਰਮਾ ਜੀ ਵੱਲੋਂ ਉੱਥੇ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਰਲ ਕੇ ਬਹੁਤ ਅੱਛੇ ਕੰਮ ਕਰ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਦਾ ਇਸ ਵੇਲੇ ਸਾਰਾ ਜ਼ੋਰ ਜਿਹੜਾ ਹੈ ਉਹ ਕਰੋਨਾ ਦੇ ਖਿਲਾਫ ਲੱਗਿਆ ਹੋਇਆ ਹੈ, ਔਰ ਇਹ ਰਾਜਨੀਤੀ ਕਰਨ ਨੂੰ ਲੱਗੇ ਹੋਏ ਨੇ। ਅਸੀਂ ਤਾਂ ਮਾਨਵਤਾ ਦੀ ਸੇਵਾ ਕਰਨ ਵਾਸਤੇ। ਤੁਸੀਂ ਕਿਹਾ ਕਿ ਅਸੀਂ ਮਾਨਵਤਾ ਦੀ ਸੇਵਾ ਕਰਨ ਵਾਸਤੇ ਆਏ ਹਾਂ। ਇਸ ਤੋਂ ਇਲਾਵਾ ਤੁਹਾਨੂੰ ਪੰਜਾਬ ਦੇ ਵਿੱਚ ਜਿਹੜਾ ਉਹਦਾ ਪਾਰਟੀ ਵੱਲੋਂ ਮਾਣ ਬਖਸ਼ਿਆ ਗਿਆ ਹੈ ਜਾਂ ਪਾਰਟੀ ਵੱਲੋਂ ਤੁਹਾਡੇ ਸਿਰ ਤੇ ਜੋ ਤਾਜ ਜਾਂ ਮੋਢਿਆਂ ਤੇ ਜ਼ਿੰਮੇਵਾਰੀ ਰੱਖੀ ਗਈ ਹੈ, ਤੁਸੀਂ ਆਉਣ ਵਾਲੇ ਚੁਣਾਵਾਂ ਦੇ ਵਿੱਚ ਉਹਦੇ ਪ੍ਰਤੀ, ਤੁਹਾਡਾ ਹੋਮ ਟਾਊਨ ਫਾਜ਼ਿਲਕਾ ਹੈ, ਉਹਦੇ ਪ੍ਰਤੀ ਫਾਜ਼ਿਲਕਾ ਦੇ ਨਾਲ ਸਾਰੇ ਪੰਜਾਬ ਦੇ ਵਿੱਚ ਕੀ ਤੁਸੀਂ ਆਪਦੇ ਅਲੱਗ-ਅਲੱਗ ਜ਼ਿਲ੍ਹੇ ਵਿੱਚ ਪ੍ਰਧਾਨ ਨਿਯੁਕਤ ਕਰੋਗੇ ਜਾਂ ਮੈਂਬਰ ਨਿਯੁਕਤ ਕਰੋਗੇ ਤਾਂ ਉਹਨਾਂ ਨੂੰ ਕੰਮ ਕਿਸ ਤਰ੍ਹਾਂ ਸੌਂਪੋਗੇ? ਉਹ ਜਿਹੜੇ ਤੁਸੀਂ ਮੈਂਬਰ ਨਿਯੁਕਤ ਕਰੋਗੇ ਉਹਨਾਂ ਦੀ ਕੀ ਕਾਰਗੁਜ਼ਾਰੀ ਵੇਖੀ ਜਾਏਗੀ, ਕੀ ਆਧਾਰ ਮੰਨ ਕੇ ਨਿਯੁਕਤ ਕੀਤਾ ਜਾਏਗਾ? ਅਬਰੋਲ ਸਾਹਿਬ, ਬਹੁਤ ਜਲਦੀ ਜਿਹੜਾ ਹੈ ਉਹ ਅਸੀਂ ਡਿਸਟ੍ਰਿਕਟ ਪ੍ਰਧਾਨ ਜਿਹੜੇ ਨੇ ਉਹ ਸਾਡੇ ਅਨਾਉਂਸ ਕਰਦੇ ਰਹੇ ਨੇ। ਉਹਨਾਂ ਦੇ ਸਾਡਾ ਕੰਮ ਚੱਲ ਰਿਹਾ ਹੈ। ਕਰੋਨਾ ਹੋਣ ਕਰਕੇ ਬਹੁਤ ਜ਼ਿਆਦਾ ਮੇਲ ਮਿਲਾਪ ਤੇ ਮੀਟਿੰਗਾਂ ਨਹੀਂ ਕੀਤੀਆਂ ਜਾ ਸਕਦੀਆਂ, ਜਿਹਦੇ ਕਰਕੇ ਥੋੜਾ ਡਿਲੇ ਆ। ਬਹੁਤ ਜਲਦੀ ਅਸੀਂ ਜ਼ਿਲ੍ਹਾ ਪ੍ਰਧਾਨ ਅਨਾਉਂਸ ਕਰ ਦਿਆਂਗੇ। ਉਸ ਤੋਂ ਬਾਅਦ ਹਰ ਸਰਕਲ ਦਾ ਸਰਕਲ ਪ੍ਰਧਾਨ ਅਨਾਉਂਸ ਕੀਤਾ ਜਾਏਗਾ। ਇਸ ਜਥੇਬੰਦੀ ਦੇ ਵਿੱਚ ਇੱਕ ਰਿਕਸ਼ਾ ਚਾਲਕ ਨੂੰ ਵੀ ਨੁਮਾਇੰਦਗੀ ਦਿੱਤੀ ਜਾਏਗੀ, ਆਟੋ ਚਾਲਕ ਨੂੰ ਵੀ ਦਿੱਤੀ ਜਾਏਗੀ, ਪਿਕਅਪ ਵਾਲੇ ਨੂੰ ਵੀ ਦਿੱਤੀ ਜਾਏਗੀ, ਬੱਸ ਵਾਲੇ ਨੂੰ ਵੀ ਦਿੱਤੀ ਜਾਏਗੀ, ਟਰੱਕ ਵਾਲੇ ਨੂੰ ਵੀ ਦਿੱਤੀ ਜਾਏਗੀ। ਔਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਨੂੰ ਸਮਝਦਾ ਹੈ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦੀ ਨਾਲ ਜੁੜਿਆ ਹੋਇਆ ਬੰਦਾ ਹੈ ਔਰ ਕੰਮ ਕਰਨਾ ਚਾਹੁੰਦਾ ਹੈ, ਉਹਦੇ ਕੰਮ ਨੂੰ ਵੇਖ ਕੇ ਅਹੁਦੇਦਾਰੀਆਂ ਦਿੱਤੀਆਂ ਜਾਣਗੀਆਂ ਤਾਂ ਕਿ ਉਹ ਇਸ ਸਮਾਜ ਦੀ ਸੇਵਾ ਵੀ ਕਰ ਸਕੇ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜਾ ਦਿਨ ਰਾਤ ਇੱਕ ਕਰਕੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਵੀ ਉਹ ਕੰਮ ਕਰ ਸਕੇ। ਤੁਸੀਂ ਕਿਹਾ ਵੀ ਨੁਮਾਇੰਦਗੀਆਂ ਉਹਨਾਂ ਦੀ ਕਾਰਗੁਜ਼ਾਰੀ ਵੇਖ ਕੇ, ਉਹਨਾਂ ਪਾਰਟੀ ਪ੍ਰਤੀ ਸਨੇਹ ਵੇਖ ਕੇ ਜਾਂ ਕਰਤੱਵ ਵੇਖ ਕੇ ਅਹੁਦੇਦਾਰੀ ਦਿੱਤੀਆਂ ਜਾਣਗੀਆਂ। ਇਸ ਅਹੁਦੇਦਾਰੀ ਤੋਂ ਇਲਾਵਾ ਹਟ ਕੇ ਇਹ ਸਵਾਲ ਹੈ ਕਿ ਜਿਹੜੇ ਹੁਣ ਚੁਣਾਵ ਆਉਣਗੇ ਫਰਵਰੀ 2022 ਦੇ ਵਿੱਚ ਕਿਹਾ ਜਾ ਰਿਹਾ ਕਿ ਵਿਧਾਨ ਸਭਾ ਚੁਣਾਵ ਦੁਬਾਰਾ ਕਰਾਏ ਜਾਣਗੇ, ਉਹ ਚੁਣਾਵਾਂ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਫਾਜ਼ਿਲਕਾ ਤੋਂ ਜੋ ਭਾਜਪਾ ਦੇ ਉਸ ਸਮੇਂ ਮੌਜੂਦਾ ਵਿਧਾਇਕ ਚੌਧਰੀ ਸੁਰਜੀਤ ਕੁਮਾਰ ਜੈਨੀ ਤੁਹਾਡੇ ਬਹੁਤ ਨੇੜੇ ਸੀ, ਪਾਰਟੀ ਦੇ ਨੁਮਾਇੰਦੇ ਸੀ, ਉਹਨਾਂ ਦੇ ਮੁਕਾਬਲੇ ਦੇ ਅਕਾਲੀ ਦਲ ਵੱਲੋਂ ਕੀ ਤੁਸੀਂ ਆਪਦੇ ਆਪ ਨੂੰ ਮੰਨੋਗੇ ਫਾਜ਼ਿਲਕਾ ਦੇ ਵਿੱਚ ਉਹਨਾਂ ਮੁਕਾਬਲੇ ਵਿਧਾਨ ਸਭਾ ਚੋਣਾਂ ਦੇ ਵਿੱਚ? ਨਹੀਂ, ਮੈਂ ਨਾ ਤਾਂ ਐਮਐਲਏ ਦਾ ਕੈਂਡੀਡੇਟ ਸੀ ਨਾ ਹਾਂ। ਇਹ ਕੋਰ ਕਮੇਟੀ ਨੇ ਫੈਸਲਾ ਕਰਕੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਹੈ ਉਹ ਜ਼ਿੰਮੇਵਾਰੀ ਸੌਂਪੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੈਂਡੀਡੇਟਾਂ ਦਾ ਫੈਸਲਾ ਕਰਨਾ ਹੈ। ਬੜਾ ਸੋਚ ਸਮਝ ਕੇ ਜਿਹੜਾ ਹੈ ਉਹ ਕੈਂਡੀਡੇਟਾਂ ਦਾ ਫੈਸਲਾ ਕਰ ਰਹੇ ਨੇ ਔਰ ਜਿਹੜਾ ਵੀ ਕੈਂਡੀਡੇਟ ਫਾਜ਼ਿਲਕਾ ਨੂੰ ਦੇਣਗੇ ਉਹ ਜਿਹੜਾ ਹੈ ਉਹ ਜਿੱਤਣ ਵਾਲਾ ਹੀ ਦੇਣਗੇ। ਇੱਥੇ ਇੱਕ ਹੋਰ ਗੱਲ ਹੈ ਕਿ ਮੌਜੂਦਾ ਫਾਜ਼ਿਲਕਾ ਵਿਧਾਇਕ ਨੇ ਸਰਦਾਰ ਦਵਿੰਦਰ ਸਿੰਘ ਘੁਬਾਇਆ ਜੀ, ਜੋ ਕਾਂਗਰਸ ਪਾਰਟੀ ਦੀ ਨੁਮਾਇੰਦਗੀ ਕਰ ਰਹੇ ਨੇ। ਪਿਛਲੇ ਦਿਨ ਹੀਰਾ ਦੀ ਸ਼ਰਾਬ ਫੈਕਟਰੀ ਲੱਗ ਰਹੀ ਸੀ ਜਿੱਥੇ ਲਗਭਗ ਧਰਨਾ ਕਾਫੀ ਲੰਬਾ ਚੱਲਿਆ ਤੇ ਉਹਨਾਂ ਨੇ ਉੱਥੇ ਇਲਜ਼ਾਮ ਲਾਏ ਵੀ ਇਹ ਸੁਖਬੀਰ ਬਾਦਲ ਜੀ ਦੇ ਦੇਣ ਹੈ, ਇਸ ਕਰਕੇ ਹੋ ਰਿਹਾ ਤੇ ਉਹਨਾਂ ਨੇ ਉਹ ਕੰਮ ਰੁਕਾਇਆ। ਇਸ ਬਾਰੇ ਤੁਹਾਡਾ ਕੀ ਕਹਿਣਾ? ਅਬਰੋਲ ਸਾਹਿਬ, ਤੁਹਾਨੂੰ ਯਾਦ ਹੋਣਾ ਜਿੱਥੇ ਹੁਣੇ ਫੈਕਟਰੀ ਲੱਗ ਰਹੀ ਸੀ ਇੱਥੋਂ ਚੰਦ ਕਿਲੋਮੀਟਰਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਦੇ ਟਾਈਮ ਵੀ ਫੈਕਟਰੀ ਲੱਗਣ ਜਾ ਰਹੀ ਸੀ, ਜਿਹਨੂੰ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਦੋਂ ਸਾਰਾ ਕੁਝ ਕੈਂਸਲ ਕਰਕੇ ਉਹਨੂੰ ਰੁਕਾਇਆ। ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਨੌਜਵਾਨਾਂ ਦੀਆਂ, ਪੰਜਾਬ ਦੇ ਕਿਸਾਨਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਨਹੀਂ ਕਰਦਾ। ਸ਼੍ਰੋਮਣੀ ਅਕਾਲੀ ਦਲ ਦਾ ਵਿਜ਼ਨ ਬਹੁਤ ਕਲੀਅਰ ਹੈ, ਬਹੁਤ ਕਲੀਅਰ ਕੱਟ ਕੰਮ ਕਰਦੇ ਆ। ਜੋ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਨੇ ਉਹ ਕਰਦੇ ਨੇ। ਇਹ ਤਾਂ ਰਾਜਨੀਤੀ ਹੈ। ਸਰਕਾਰ ਤੁਹਾਡੀ ਸਰਕਾਰ ਦਾ ਮਿਨਿਸਟਰ ਜਿਹੜਾ ਹੈ ਉਹ ਫੈਕਟਰੀ ਲਾ ਰਿਹਾ ਤੇ ਚਿੱਕੜ ਤੁਸੀਂ ਸ਼੍ਰੋਮਣੀ ਅਕਾਲੀ ਦਲ ਤੇ ਸੁੱਟ ਰਹੇ ਹੋ। ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਤੁਹਾਡੀ ਸਰਕਾਰ ਦਾ ਮਿਨਿਸਟਰ ਲਾ ਰਿਹਾ ਹੈ, ਪਬਲਿਕ ਨੇ ਰੌਲਾ ਪਾ ਲਿਆ ਤੇ ਤੁਸੀਂ ਉਹ ਜਿਹੜਾ ਹੈ ਚੁੱਕ ਕੇ ਚਿੱਕੜ ਜਿਹੜਾ ਸ਼੍ਰੋਮਣੀ ਅਕਾਲੀ ਦਲ ਤੇ ਸੁੱਟਦਾ ਵੀ ਉਹਨਾਂ ਨੇ ਕਰਾਇਆ। ਤੁਹਾਡੀ 4 ਸਾਲਾਂ ਦੀ ਸਰਕਾਰ ਆ, ਤੁਹਾਡੀ ਸਰਕਾਰ ਦਾ ਮੌਜੂਦਾ ਵਜ਼ੀਰ ਜਿਹੜਾ ਹੈ ਉਹ ਫੈਕਟਰੀ ਲਾ ਰਿਹਾ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਕੀ ਲੈਂਦੇ ਨੇ? ਸਰਦਾਰ ਸੁਖਬੀਰ ਸਿੰਘ ਬਾਦਲ ਤਾਂ ਉਸ ਧਰਨੇ ਤੇ ਇਹਨਾਂ ਨੂੰ ਭੱਜਣਾ ਕਦੋਂ ਪੈ ਗਿਆ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਉਸ ਧਰਨੇ ਤੇ ਆਣ ਕੇ ਕਹਿ ਕੇ ਗਏ
ਕਿ ਮੈਨੂੰ ਇਸ ਧਰਨੇ ਦੇ ਵਿੱਚ ਆਪ ਨੂੰ ਵੀ ਕਿਉਂ ਨਾ ਬਹਿਣਾ ਪੈ ਜਾਵੇ, ਮੈਂ ਫੈਕਟਰੀ ਨਹੀਂ ਲੱਗਣ ਦਿਆਂ। ਉਸ ਤੋਂ ਬਾਅਦ ਕਾਂਗਰਸ ਨੇ ਤੇ ਜਾਖੜ ਸਾਹਿਬ ਨੇ ਪ੍ਰੋਪਗੈਂਡਾ ਕਰਨਾ ਸ਼ੁਰੂ ਕਰ ਦਿੱਤਾ। ਤੁਸੀਂ ਕਹਿ ਰਹੇ ਹੋ ਵੀ ਆਉਣ ਵਾਲੇ ਵੋਟਾਂ ਤੋਂ ਬਾਅਦ ਸਰਕਾਰ ਅਕਾਲੀ ਦਲ ਦੀ ਬਣੇਗੀ, ਜਦੋਂ ਵੀ ਕਾਂਗਰਸ ਤੇ ਆਪ ਤੇ ਭਾਈਗਾ ਵੱਲੋਂ ਕਿਹਾ ਜਾ ਰਿਹਾ ਹੈ ਵੀ ਜਿਹੜੇ ਪਿੱਛੇ ਨਗਰ ਕੌਂਸਲ ਦੇ ਚੁਣਾਵ ਹੋਏ ਉੱਥੇ ਫਾਜ਼ਿਲਕਾ ਦੇ ਅਕਾਲੀ ਦਲ ਨੂੰ ਇੱਕ ਵੀ ਸੀਟ ਨਹੀਂ ਆਈ, ਤੇ ਅਕਾਲੀ ਦਲ ਕਿਸ ਮੁਹਿੰਮ ਨੂੰ ਜਾਂ ਕਿਸ ਨੂੰ ਆਧਾਰ ਮੰਨਦੇ ਹੋਏ ਇਹ ਕਰ ਰਹੀ ਹੈ ਵੀ ਅਸੀਂ ਸਰਕਾਰ ਬਣਾਵਾਂਗੇ? ਅਮਰੋਲ ਸਾਹਿਬ, ਫਾਜ਼ਿਲਕਾ ਦੇ ਵਿੱਚ ਇੱਕ ਸੀਟ ਤੇ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਇਲੈਕਸ਼ਨ ਲੜਦਾ ਸੀ। ਇਸ ਚੁਣਾਵ ਦੇ ਵਿੱਚ 25 ਦੇ 25 ਵਾਰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਦਾ ਕੈਂਡੀਡੇਟ ਉਤਾਰੇ, ਇਲੈਕਸ਼ਨ ਲੜਿਆ। ਬੜਾ ਘੱਟ ਸਮਾਂ ਸੀ, ਕੋਰੋਨਾ ਵੀ ਸੀ। ਫਾਜ਼ਿਲਕਾ ਦੀ ਜਨਤਾ ਨੇ ਠੀਕ ਹੈ, ਅਸੀਂ ਕੋਈ ਕੈਂਡੀਡੇਟ ਸਾਡਾ ਜਿਹੜਾ ਹੈ ਉਹ ਮਿਊਨਿਸਪਲ ਕਾਉਂਸਲਰ ਬਣ ਨਹੀਂ ਸਕਿਆ, ਬਟ ਬਹੁਤ ਵੱਡਾ ਮਾਨ ਦਿੱਤਾ, ਬੜੀਆਂ ਥੋੜੀਆਂ ਵੋਟਾਂ ਤੇ ਜਿਹੜਾ ਹੈ ਉਹ ਸਾਡੇ ਕੈਂਡੀਡੇਟ ਹਾਰੇ ਨੇ, ਔਰ 5500 ਵੋਟ ਜਿਹੜੀ ਹੈ ਉਹ ਫਾਜ਼ਿਲਕਾ ਦੀ ਜਨਤਾ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਾਈ ਹੈ। ਤਾਂ ਮੈਂ ਨਹੀਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜਾ ਹੈ ਉਹ ਵੋਟਾਂ ਘੱਟ ਪੈਣਗੀਆਂ। ਸ਼੍ਰੋਮਣੀ ਅਕਾਲੀ ਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਕਰਕੇ, ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਹੋਏ ਕੰਮਾਂ ਕਰਕੇ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਵਿਜ਼ਨ ਕਰਕੇ ਜਿਹੜੀਆਂ ਨੇ ਉਹ ਵੋਟਾਂ ਪੈਣੀਆਂ ਨੇ। ਲੋਕਾਂ ਨੇ ਇਹਨਾਂ ਨੂੰ ਦੇਖ ਲਿਆ। ਤੁਸੀਂ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਹੈ, ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਸੀਐਮ ਹੈ, ਕੇਜਰੀਵਾਲ ਸਾਹਿਬ ਦੇ ਦਿੱਲੀ ਦੇ ਵਿੱਚ ਬਿਆਨ ਹੋਰ ਨੇ, ਹਰਿਆਣਾ ਵੜਦੇ ਨੇ ਬਿਆਨ ਹੋਰ ਨੇ, ਪੰਜਾਬ ਆਉਂਦੇ ਨੇ ਬਿਆਨ ਹੋਰ ਨੇ। ਜਿਸ ਇਨਸਾਨ ਦਾ ਕਿਸੇ ਮੁੱਦੇ ਨੂੰ ਲੈ ਕੇ ਇੱਕ ਬਿਆਨ ਹੀ ਨਹੀਂ ਹੈਗਾ, ਜਿੱਥੇ ਜਾਂਦੇ ਨੇ ਗਿਰਗੜ ਤਰ੍ਹਾਂ ਰੰਗ ਬਦਲਦੇ ਨੇ, ਉੱਥੇ ਉਹੋ ਜਿਹਾ ਬਿਆਨ ਦੇ ਦਿੰਦੇ ਨੇ, ਤਾਂ ਮੈਂ ਨਹੀਂ ਸਮਝਦਾ ਲੋਕ ਕਮਲੇ ਥੋੜਾ ਨੇ। ਕਾਠ ਦੀ ਹਾਂਡੀ ਅਮਰੋਲ ਸਾਹਿਬ ਇੱਕ ਵਾਰੀ ਚੜ ਜਾਂਦੀ ਹੈ, ਵਾਰ-ਵਾਰ ਨਹੀਂ ਚੜਦੀ। 2017 ਦੇ ਵਿੱਚ ਇਹਨਾਂ ਨੇ ਝੂਠ ਦਾ ਸਹਾਰਾ ਲਿਆ, ਝੂਠ ਦਾ ਸਹਾਰਾ ਲੈ ਕੇ ਲੋਕ ਸਾਡੇ ਬੜੇ ਭਾਵੁਕ ਨੇ, ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾ ਦਿੱਤੀਆਂ, ਇਹਨਾਂ ਦੇ 18-20 ਐਮਐਲਏ ਬਣ ਗਏ। ਤੁਸੀਂ ਦੱਸੋ, ਪਹਿਲਾਂ ਇਹਨਾਂ ਦੇ 4 ਐਮਪੀ ਬਣੇ, ਇਹਨਾਂ ਤੋਂ 4 ਐਮਪੀ ਨਹੀਂ ਸੰਭਾਲੇ ਗਏ, ਕੱਲਾ ਰਹਿ ਗਿਆ। ਠੀਕ ਹੈ, ਉਹ ਸ਼ਖਸ ਵੀ ਉਹ ਰਹਿ ਗਿਆ ਜਿਹੜਾ ਦਿਨ ਰਾਤ ਦਾਰੂ ਪੀਤੀ ਜਾਂਦਾ, ਜਿਹਦੇ ਨਾਲ ਵਾਲੇ ਐਮਪੀ ਨੇ ਉਹ ਸਪੀਕਰ ਸਾਹਿਬ ਤੋਂ ਸ਼ਿਕਾਇਤ ਕਰਕੇ ਕਹਿੰਦੇ ਨੇ ਵੀ ਜਾਂ ਤਾਂ ਇਹਦੀ ਸੀਟ ਬਦਲ ਦਿਓ ਤੇ ਜਾਂ ਸਾਡੀ ਸੀਟ ਬਦਲ ਦਿਓ, ਸਾਨੂੰ ਸਮੈਲ ਆਉਂਦੀ ਹੈ। ਉਸ ਤੋਂ ਬਾਅਦ ਲਾ ਲਓ ਤੁਸੀਂ, ਪਾਰਟੀ ਦੇ ਵਿੱਚ ਜਿੰਨੇ ਐਮਐਲਏ ਬਣ ਕੇ ਆਏ ਉਹ ਸਾਰੇ ਖੇਰੂ ਹੋ ਗਏ। ਕਿੰਨੇ ਬੰਦੇ, ਕਿੰਨੇ ਐਮਐਲਏ ਇਹਨਾਂ ਦੀ ਪਾਰਟੀ ਛੱਡ ਗਏ। ਉਹ ਤਾਂ ਸਾਡੇ ਸਪੀਕਰ ਸਾਹਿਬ ਦਾ ਜਿਹੜਾ ਹੈ ਉਹ ਜਟਮੈਂਟ ਹੈਗੀ ਆਮ ਆਦਮੀ ਪਾਰਟੀ ਨਾਲ ਕਿ ਉਹਨਾਂ ਨੇ ਦੁਬਾਰਾ ਇਲੈਕਸ਼ਨ ਨਹੀਂ ਕਰਾਏ। ਉਹਨਾਂ ਨੂੰ ਪਤਾ ਸੀਗਾ ਕਿ ਅਗਰ ਇਲੈਕਸ਼ਨ ਕਰਾਉਣੇ ਆ ਤਾਂ ਜਿੰਨੇ ਐਮਐਲਏ ਦੇ ਦੁਬਾਰਾ ਇਲੈਕਸ਼ਨ ਹੋਣਗੇ ਉਹ ਸਾਰੇ ਦੇ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਦੁਬਾਰਾ ਕੈਂਡੀਡੇਟ ਜਿੱਤ ਕੇ ਆਉਣਗੇ, ਤਾਂ ਕਿ ਲੋਕਾਂ ਨੂੰ ਪਤਾ ਲੱਗ ਚੁੱਕਿਆ ਸੀ ਆਮ ਆਦਮੀ ਪਾਰਟੀ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ, ਇਹਨਾਂ ਦੀਆਂ ਨੀਤੀਆਂ ਕੀ। ਪਰ ਤੁਸੀਂ ਇੱਥੇ ਇਹ ਕਹਿ ਰਹੇ ਹੋ ਵੀ ਅਕਾਲੀ ਦਲ ਤੋਂ ਲੋਕ ਜੁੜ ਗਏ, ਅਕਾਲੀ ਦਲ ਦੇ ਇਲੈਕਸ਼ਨ ਚ ਹੁੰਦੇ, ਦੁਬਾਰਾ ਇਲੈਕਸ਼ਨ ਕਰਾਉਂਦੇ, ਸਪੀਕਰ ਅਕਾਲੀ ਦਲ ਜਿੱਤ ਕੇ ਆਉਂਦਾ, ਪਰ ਢੀਂਡਸਾ ਵਰਗੇ ਜਿਹੜੇ ਅਕਾਲੀ ਦਲ ਦੇ ਜੜ ਮੰਨੀ ਜਾਂਦੀ ਸੀ ਉਹ ਵੀ ਪਾਰਟੀ ਛੱਡ ਕੇ ਵੱਖਰੀ ਪਾਰਟੀ ਬਣਾ ਕੇ, ਇਸ ਦਾ ਕੀ ਕਾਰਨ ਮੰਨਦੇ ਹੋ? ਅਮਰੋਲ ਸਾਹਿਬ, ਕਈ ਵਾਰੀ ਬੰਦਾ ਲਾਲਚ ਦੇ ਵਿੱਚ ਆ ਜਾਂਦਾ ਹੈ। ਮੈਂ ਸਤਿਕਾਰ ਕਰਦਾ ਢੀਂਡਸਾ ਸਾਹਿਬ ਦਾ, ਸਾਡੇ ਬੜੇ ਸੀਨੀਅਰ ਲੀਡਰ ਸੀ। ਪਤਾ ਨਹੀਂ ਉਹਨਾਂ ਦਾ ਕੀ ਲਾਲਚ ਰਿਹਾ ਹੋਵੇਗਾ ਕਿ ਜਿੰਨੀ ਦੇਰ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਰਹੀ ਉਹਨਾਂ ਨੇ ਵਜ਼ੀਰੀਆਂ ਵੀ ਮਾਣੀਆਂ, ਉਹਨਾਂ ਨੇ ਉੱਚ ਅਹੁਦੇ ਵੀ ਮਾਣੇ। ਉਸ ਤੋਂ ਬਾਅਦ ਜਿਹੜਾ ਉਹਨਾਂ ਨੇ ਸਾਰਾ ਕੁਝ ਇੱਕ ਦਰਕਨਾਰ ਕਰਕੇ ਆਪਣੇ ਆਪ ਨੂੰ ਕਿਸੇ ਲਾਲਚ ਵਸ ਜਿਹੜਾ ਹੈ ਉਹ ਆਪਣੀ ਇੱਕ ਪਾਰਟੀ ਬਣਾ ਲਈ। ਪਾਰਟੀ ਬਣਾ ਕੇ ਆਮ ਆਦਮੀ ਪਾਰਟੀ ਦੇ ਵਿੱਚ ਮਰਜ ਹੋਣ ਦੀ ਗੱਲ ਕਰ ਲਈ, ਉਹ ਗੱਲ ਲੀਕ ਹੋ ਗਈ, ਉੱਥੋਂ ਬੈਕਫੁੱਟ ਤੇ ਆ ਗਏ। ਉਸ ਤੋਂ ਬਾਅਦ ਆਪਦੀ ਪਾਰਟੀ ਤੋੜ ਦਿੱਤੀ, ਫਿਰ ਦੁਬਾਰਾ ਇਕੱਠੇ ਹੋ ਗਏ। ਔਰ ਵੱਡੀ ਗੱਲ ਦੇਖੋ, ਸੱਚ ਕਿਤੇ ਨਾ ਕਿਤੇ ਇਨਸਾਨ ਦੇ ਮੂੰਹੋਂ ਨਿਕਲ ਜਾਂਦਾ ਹੈ। ਜਿਸ ਦਿਨ ਇਹ ਦੁਬਾਰਾ ਇਕੱਠੇ ਹੁੰਦੇ ਨੇ ਉਸ ਦਿਨ ਢੀਂਡਸਾ ਸਾਹਿਬ ਇਹ ਕਹਿੰਦੇ ਨੇ ਕਿ 2-4 ਦਿਨਾਂ ਬਾਅਦ ਅਸੀਂ ਤੁਹਾਨੂੰ ਪਾਰਟੀ ਦਾ ਨਾਮ ਦੱਸਾਂਗੇ। ਉਹ ਦੱਸਣਾ ਕਿੱਥੋਂ ਸੀ? ਵੀ ਉਹ ਦਿੱਲੀ ਤੋਂ ਫਰਮਾਨ ਆਉਣਾ ਸੀ ਕਿ ਆਹ ਤੁਹਾਡੀ ਪਾਰਟੀ ਦਾ ਨਾਮ ਹੋਏਗਾ, ਉਹ ਅਸੀਂ ਅਨਾਉਂਸ ਕਰ ਦੇਣਾ ਸੀ। ਮਤਲਬ ਇਹ ਲੋਕ ਹੋਰ ਤਾਕਤਾਂ ਦੇ ਹੱਥਾਂ ਦੇ ਵਿੱਚ ਖੇਡਣ ਲੱਗ ਪਏ। ਮੈਂ ਨਹੀਂ ਸਮਝਦਾ ਲੋਕ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਨੇ, ਲੋਕ ਕਿਸੇ ਇੱਕ ਇਨਸਾਨ ਨਾਲ ਨਹੀਂ ਜੁੜੇ, ਲੋਕ ਸ਼੍ਰੋਮਣੀ ਅਕਾਲੀ ਦਲ ਦੀ ਵਿਚਾਰਧਾਰਾ ਨਾਲ ਜੁੜੇ ਨੇ, ਲੋਕ ਕਿਸੇ ਇਨਸਾਨ ਦੇ ਨਾਲ ਨਹੀਂ ਜੁੜੇ ਹੋਏ। ਅੰਤ ਵਿੱਚ ਮੈਂ ਤੁਹਾਨੂੰ ਆਹੀ ਕੋਸ਼ਿਸ਼ ਕਰਨਾ ਚਾਹਣਾ ਵੀ ਜਿਹੜੇ ਫਰਵਰੀ ਦੇ ਵਿੱਚ ਚੁਣਾਵ ਆ ਰਹੇ ਨੇ, ਤੁਸੀਂ 4 ਪਾਰਟੀਆਂ ਪੰਜਾਬ ਦੇ ਇਸ ਵਾਰ ਪਹਿਲੀ ਵਾਰ ਚੁਣਾਵ ਦੇ ਵਿੱਚ ਵਿਧਾਨ ਸਭਾ ਦੇ ਵਿੱਚ
ਪਾਰਟਿਸਿਪੇਟ ਕਰਨਗੇ, ਉੱਥੇ ਅਕਾਲੀ ਦਲ ਨੂੰ ਕਿਸ ਅਹੁਦੇ ਤੇ ਜਾਂ ਕਿਸ ਮਿਆਰ ਤੇ ਗਿਣਦੇ ਤੋਂ ਉਸ ਦਾ ਮੁੱਖ ਕਾਰਨ ਕੀ ਮੰਨਦੇ ਹੋ ਜੀ? ਲੋਕ ਅਕਾਲੀ ਦਲ ਕਿਉਂ ਆਉਣ? ਅਗਰੋਲ ਸਾਹਿਬ, ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕੀਤੀ ਹੈ, 80+ ਸੀਟਾਂ ਜਿਹੜੀਆਂ ਨੇ ਉਹ ਅੱਜ ਦੀ ਡੇਟ ਦੇ ਵਿੱਚ ਅਸੀਂ ਜਿੱਤ ਰਹੇ ਹਾਂ। ਪੰਜਾਬ ਦੇ ਲੋਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੀ ਵੇਖ ਲਈ, ਪੰਜਾਬ ਦੇ ਲੋਕਾਂ ਨੇ ਮਹਾਰਾਜਾ ਅਮਰਿੰਦਰ ਸਿੰਘ ਦੀ ਸਰਕਾਰ ਵੀ ਵੇਖ ਲਈ, ਪੰਜਾਬ ਦੇ ਲੋਕਾਂ ਨੇ ਕੇਜਰੀਵਾਲ ਸਾਹਿਬ ਨੂੰ ਵੀ ਦਿੱਲੀ ਦੇ ਵਿੱਚ ਕੰਮ ਕਰਦਿਆਂ ਵੇਖ ਲਿਆ। ਮੈਂ ਥੋੜਾ ਜਿਹਾ ਤੁਹਾਨੂੰ ਦੱਸਣਾ ਚਾਹਾਂਗਾ, ਕੇਜਰੀਵਾਲ ਸਾਹਿਬ ਇੱਕ ਬੜੀ ਵੱਡੀ ਗੱਲ ਕਰਦੇ ਨੇ ਕਿ ਮੈਂ ਮੁਹੱਲਾ ਕਲੀਨਿਕ ਖੋਲ ਦਿੱਤੇ। ਤੁਸੀਂ ਬੜੇ ਪੁਰਾਣੇ ਪੱਤਰਕਾਰ ਹੋ, ਉਹਨਾਂ ਨੇ ਮੁਹੱਲਾ ਕਲੀਨਿਕ ਤਾਂ ਹੁਣ ਖੋਲੇ, ਪੰਜਾਬ ਦੇ ਤਾਂ ਹਰ ਪਿੰਡ ਦੇ ਵਿੱਚ ਉਹ ਡਿਸਪੈਂਸਰੀਆਂ ਪਹਿਲਾਂ ਹੀ ਖੁੱਲੀਆਂ ਹੋਈਆਂ ਨੇ, ਪੰਜਾਬ ਦੇ ਸ਼ਹਿਰਾਂ ਦੇ ਵਿੱਚ ਉਹ ਡਿਸਪੈਂਸਰੀਆਂ ਪਹਿਲਾਂ ਹੀ ਖੁੱਲੀਆਂ ਹੋਈਆਂ ਨੇ। ਨਵਾਂ ਕੰਮ ਤਾਂ ਦਿੱਲੀ ਦੇ ਵਿੱਚ ਹੋਇਆ, ਪੰਜਾਬ ਦੇ ਵਿੱਚ ਤਾਂ ਨਹੀਂ ਹੋਇਆ। ਪੰਜਾਬ ਦੇ ਵਿੱਚ ਤਾਂ ਆਲਰੇਡੀ ਹੋਇਆ ਹੋਇਆ, ਉੱਥੇ ਪੰਜਾਬ ਮਾਡਲ ਨੂੰ ਵੇਖ ਕੇ ਦਿੱਲੀ ਦੇ ਵਿੱਚ ਕੀਤਾ ਗਿਆ। ਉੱਥੇ ਉਹ ਗੱਲ ਕਰਦੇ ਨੇ ਦਿੱਲੀ ਪਾਣੀ ਫ੍ਰੀ ਦੇਣ ਦਾ, ਪੰਜਾਬ ਦੇ ਵਿੱਚ ਆਲਰੇਡੀ ਫ੍ਰੀ ਹੈ। ਉਹ ਗੱਲ ਕਰ ਰਹੇ ਨੇ ਲਾਈਟ ਘੱਟ ਰੇਟ ਤੇ ਦੇਣ ਦੀ, ਪੰਜਾਬ ਦੇ ਵਿੱਚ ਤਾਂ ਗਰੀਬਾਂ ਨੂੰ ਲਾਈਟ ਬਿਲਕੁਲ ਫ੍ਰੀ ਬਾਦਲ ਸਾਹਿਬ ਨੇ ਦਿੱਤੀ ਹੈ। ਮਤਲਬ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਫੋਲੋ ਕਰਦੇ ਨੇ, ਇਹਨਾਂ ਦੇ ਕੀਤੇ ਕੰਮਾਂ ਦੇ ਵਿੱਚੋਂ ਕੁਛ ਨਾ ਕੁਛ ਉੱਥੇ ਕਰ ਰਹੇ ਨੇ। ਬਾਕੀ ਪੰਜਾਬ ਜਿਹੜਾ ਹੈ ਉਹ ਪਹਿਲਾਂ ਹੀ ਦਿੱਲੀ ਨਾਲੋਂ, ਜਿਹੜੇ ਦਿੱਲੀ ਦੇ ਕੰਮ ਦਿੱਲੀ 'ਚ ਅੱਜ ਹੋ ਰਹੇ ਨੇ, ਉਹ ਕੰਮ ਤਾਂ ਪੰਜਾਬ ਨੇ ਕਰ ਚੁੱਕੇ ਨੇ। ਜਦ ਤੇ ਭਾਜਪਾ ਨੂੰ ਵੱਖਰੇ ਵੱਖਰੇ ਦਿੱਤੇ ਗਏ ਸੀ। ਫਾਜ਼ਿਲਕਾ ਨੂੰ ਜਿਹੜਾ ਭਾਜਪਾ ਕਹਿੰਦੀ ਵੀ ਜ਼ਿਲ੍ਹਾ ਭਾਜਪਾ ਦੀ ਦੇਣ ਹੈ, ਤੁਸੀਂ ਅਕਾਲੀ ਦਲ ਨੂੰ ਉੱਥੇ ਕਿੱਥੇ ਸ਼ਾਇਦ ਕਰੋਗੇ? ਦੇਖੋ ਇਸ ਲਈ ਉਹਨਾਂ ਵੱਲੋਂ ਕਹਿੰਦੇ ਨੇ ਅਸੀਂ ਧਰਨਾ ਵੀ ਲਗਾਇਆ ਸੀ, ਮਰਨ ਵਰਤ ਲਈ ਬੈਠੇ। ਦੇਖੋ ਨਹੀਂ, ਉਹ ਭਾਜਪਾ ਮਰਨ ਵਰਤ ਤੇ ਨਹੀਂ ਬੈਠੀ ਸੀ, ਉਹ ਸਾਡੇ MLA ਸਾਹਿਬ ਜਿਹੜੇ ਨੇ, ਫਾਜ਼ਿਲਕਾ ਦੀ ਜਨਤਾ ਨੇ ਉਹਨਾਂ ਨੂੰ ਹੁਕਮ ਕੀਤਾ ਤਾਂ ਫਾਜ਼ਿਲਕਾ ਦੀ ਜਨਤਾ ਦੇ ਅੱਗੇ ਸਿਰ ਝੁਕਾ ਕੇ ਸਾਡੇ MLA ਸਾਹਿਬ ਬੈਠੇ ਸੀ। ਜੈਨੀ ਸਾਹਿਬ ਭਾਜਪਾ ਪਾਰਟੀ ਵੱਲੋਂ ਨਹੀਂ ਬੈਠੇ ਸੀ, ਫਾਜ਼ਿਲਕਾ ਦੀ ਜਨਤਾ ਵੱਲੋਂ ਬੈਠੇ ਸੀ। ਜਨਤਾ ਦੇ ਨੁਮਾਇੰਦੇ ਹੋਣ ਦੇ ਨਾਤੇ ਫਾਜ਼ਿਲਕਾ ਦੀ ਜਨਤਾ ਜਿਹੜੀ ਹੈ ਉਹਦੇ ਅੱਗੇ ਸਿਰ ਝੁਕਾ ਕੇ ਉਹ ਮਰਨ ਵਰਤ ਤੇ ਬੈਠੀ ਸੀ। ਔਰ ਜੈਨੀ ਸਾਹਿਬ ਦੇ ਨਾਲ ਅਕਾਲੀ ਲੀਡਰਸ਼ਿਪ ਵੀ ਬੈਠੀ ਸੀ, ਮੈਂ ਵੀ ਉਹਨਾਂ ਦੇ ਵਿੱਚੋਂ ਇੱਕ ਸੀ, ਮੈਂ ਵੀ ਉਸ ਧਰਨੇ ਤੇ ਬੈਠਾ ਸੀ। ਜਦੋਂ ਇਹ ਸਾਰੀ ਗੱਲਬਾਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਧਿਆਨ ਵਿੱਚ ਆਈ, ਸਰਦਾਰ ਸੁਖਬੀਰ ਸਿੰਘ ਬਾਦਲ ਦੇ ਧਿਆਨ ਵਿੱਚ ਆਈ, ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੂਰਦਰਸ਼ੀ ਸੋਚ ਨੇ ਜਦੋਂ ਇਸ ਸਿਸਟਮ ਨੂੰ ਦੇਖਿਆ ਕਿ ਫਾਜ਼ਿਲਕਾ ਜ਼ਿਲ੍ਹਾ ਬਣਨਾ ਚਾਹੀਦਾ ਹੈ ਤਾਂ ਕਿ ਗੁੰਜਾਲ ਤੋਂ ਲੈ ਕੇ ਫਿਰੋਜ਼ਪੁਰ ਬਹੁਤ ਦੂਰ ਹੈ, ਇਹ ਇਹਨਾਂ ਦੀ ਜਾਇਜ਼ ਮੰਗ ਆ, ਤਾਂ ਤੁਰੰਤ ਫੈਸਲਾ ਲੈਂਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਗੱਲ ਕੀਤੀ, ਜਿਹੜੇ ਕਿ ਉਦੋਂ ਦੇ ਮੁੱਖ ਮੰਤਰੀ ਸੀ, ਤੇ ਫਾਜ਼ਿਲਕਾ ਨੂੰ ਜ਼ਿਲ੍ਹਾ ਅਨਾਉਂਸ ਕਰ ਦਿੱਤਾ। ਯੋਗਦਾਨ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਦਾ ਨਹੀਂ ਹੈ, ਬੀਜੇਪੀ ਤੇ ਅਕਾਲੀ ਦਲ ਜਦੋਂ ਸੀ ਇਕੱਠਾ ਤਾਂ ਉਹ ਇਕੱਠਾ ਸੀਗਾ, ਉਹਦੇ ਵਿੱਚ ਮੈਂ ਨਹੀਂ ਕਹਿੰਦਾ ਵੀ ਉਹ ਅਕਾਲੀ ਦਲ ਨੇ ਬਣਾਇਆ ਕਿ ਉਹ ਬੀਜੇਪੀ ਨੇ ਬਣਾਇਆ, ਉਹ ਸਾਂਝਾ ਜ਼ਿਲ੍ਹਾ। ਇੱਥੇ ਇਹ ਵੀ ਇਲਜ਼ਾਮ ਲੱਗ ਰਿਹਾ ਵੀ ਅਕਾਲੀ ਦਲ ਦੇ ਕੁਝ ਜਿਹੜੇ ਪੁਰਾਣੇ ਲੀਡਰ ਸੀ ਜਾਂ ਪੁਰਾਣੇ ਵਰਕਰ ਸੀ ਉਹ ਛੱਡ ਕੇ ਜਾ ਰਹੇ ਨੇ, ਤੇ ਜਿਨ੍ਹਾਂ ਨੂੰ ਕਾਂਗਰਸ ਨੇ ਨਕਾਰਤਾ ਉਹ ਅਕਾਲੀ ਦਲ ਜਾ ਰਹੇ ਨੇ। ਜਿਵੇਂ ਕਿ ਫਾਜ਼ਿਲਕਾ ਦੀ ਗੱਲ ਕਰੀਏ ਤਾਂ ਨਰਿੰਦਰ ਸਵਨਾ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਵਿੱਚ ਚਲੇ ਗਏ। ਹੰਸਰਾਜ ਜੋਸਨ ਜੋ ਕਾਂਗਰਸ ਦੇ ਚੇਅਰਮੈਨ ਸੀ ਜ਼ਿਲ੍ਹਾ ਪਲਾਨਿੰਗ ਬੋਰਡ ਦੇ ਮੌਜੂਦਾ, ਉਹ ਕਾਂਗਰਸ ਛੱਡ ਕੇ ਅਕਾਲੀ ਦਲ ਜਾ ਕੇ ਡਾਕਟਰ ਵਿੰਦਰ ਕੁਮਾਰ ਇਨਵਾ ਪੂਰਾ ਵਿਧਾਇਕ ਫਾਜ਼ਿਲਕਾ ਨੇ, ਉਹ ਅਕਾਲੀ ਦਲ ਜਾਣ ਦੀ ਤਿਆਰੀ ਉਹਨਾਂ ਦੀ ਚੱਲ ਰਹੀ ਹੈ। ਇਸ ਵਾਰ ਤੁਸੀਂ ਉਹਨਾਂ ਨੂੰ ਕਿੱਥੇ ਵੇਖਦੇ ਹੋ ਵੀ ਕੀ ਚੱਕਰ ਹੈ? ਅਬਰੋਲ ਸਾਹਿਬ, ਜਿੱਥੇ ਗੱਲ ਕਰੀਏ ਨਰਿੰਦਰ ਦੇ ਜਾਣ ਦੀ, ਛੋਟਾ ਵੀਰ ਕਾਹਲਾ ਪੈ ਗਿਆ, ਉਮਰ ਥੋੜੀ ਸੀ, ਜਲਦੀ ਡਿਸੀਜਨ ਲੈ ਗਿਆ। ਗੱਲ ਕਰੀਏ ਚੌਧਰੀ ਹੰਸਰਾਜ ਜੋਸਨ ਦੀ, ਪੰਜਾਬ ਸਰਕਾਰ ਦੇ ਵਜ਼ੀਰ ਰਹੇ ਨੇ, ਜਦੋਂ ਕਾਂਗਰਸ ਤੇ ਮਾੜਾ ਟਾਈਮ ਸੀ ਉਦੋਂ ਉਹਨਾਂ ਨੇ ਇਲੈਕਸ਼ਨ ਲੜੇ ਨੇ। ਦੇਖੋ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਸੋਚ, ਸ਼੍ਰੋਮਣੀ ਅਕਾਲੀ ਦਲ ਦੇ 10 ਸਾਲਾਂ ਦੇ ਵਿੱਚ ਕੀਤੇ ਮਗਰਲੇ ਕੰਮ, ਤੇ ਇਹਨਾਂ 4.5 ਸਾਲ, 4.25 ਸਾਲਾਂ ਦੇ ਵਿੱਚ ਕੀਤੇ ਕਾਂਗਰਸ ਦੇ ਕੰਮ, ਜਦੋਂ ਉਹਨਾਂ ਦਾ ਮੁਲਾਂਕਣ ਕੀਤਾ ਔਰ ਹੰਸਰਾਜ ਜੋਸਨ ਵਰਗੇ ਲੀਡਰ ਨੂੰ ਕਾਂਗਰਸ ਨੇ ਡੀਮੋਰਲਾਈਜ਼ ਕਰਕੇ ਕੈਬਨਿਟ ਦਾ ਵਜ਼ੀਰ ਰਹਿਣ ਤੋਂ ਬਾਅਦ ਇੱਕ ਜ਼ਿਲ੍ਹੇ ਦੇ ਵਿੱਚ ਉਹਨਾਂ ਨੂੰ ਸਿਮਟ ਕੇ ਰੱਖ ਦਿੱਤਾ, ਔਰ ਬੰਦੇ ਦੀਆਂ ਭਾਵਨਾਵਾਂ ਜਿਹੜੀਆਂ ਨੇ ਕੰਮ ਕਰਨ ਦੀਆਂ ਨੇ ਉਹ ਬੰਦਾ ਕਰ ਨਾ ਸਕਿਆ, ਤਾਂ ਉਹਨਾਂ ਨੇ ਇਹ ਫੈਸਲਾ ਲਿਆ
ਔਰ ਸ਼੍ਰੋਮਣੀ ਅਕਾਲੀ ਦਲ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਿਹਾ ਤਾਂ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਲਿਆ। ਤੁਸੀਂ ਗੱਲ ਕੀਤੀ ਡਾਕਟਰ ਸਾਹਿਬ ਦੀ। ਡਾਕਟਰ ਸਾਹਿਬ ਇੱਕ ਵਧੀਆ ਲੀਡਰ ਨੇ, ਫਾਜ਼ਿਲਕਾ ਤੋਂ ਆਜ਼ਾਦ ਕੈਂਡੀਡੇਟ ਦੇ ਤੌਰ ਤੇ ਵੀ ਐਮਐਲਏ ਬਣੇ ਨੇ, ਕਾਂਗਰਸ ਪਾਰਟੀ ਤੋਂ ਵੀ ਐਮਐਲਏ ਬਣੇ ਨੇ। ਅਗਰ ਉਹ ਅਕਾਲੀ ਦਲ ਦੇ ਵਿੱਚ ਆਉਂਦੇ ਨੇ ਤਾਂ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਇੱਕ ਪੜ੍ਹਿਆ ਲਿਖਿਆ ਲੀਡਰ ਅਗਰ ਸ਼੍ਰੋਮਣੀ ਅਕਾਲੀ ਦਲ ਵਿੱਚ ਆਉਣਾ ਚਾਹੁੰਦਾ ਹੈ, ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਪਸੰਦ ਨੇ, ਤਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਸਵਾਗਤ ਕਰੇਗਾ। ਪਰ ਇੱਥੇ ਇਹ ਵੀ ਸਵਾਲ ਖੜਾ ਹੁੰਦਾ ਹੈ ਵੀ ਲੋਕਾਂ ਦੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਜੋ ਚੌਧਰੀ ਹੰਸਰਾਜ ਸਿੰਘ ਜੀ ਨੇ ਉਹਨਾਂ ਨੂੰ ਫਾਜ਼ਿਲਕਾ ਤੋਂ ਅਕਾਲੀ ਦਲ ਦਾ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਤੇ ਅਬੋਹਰ ਤੋਂ ਦੀਪਾ ਜੀ ਉਮੀਦਵਾਰ ਤੌਰ ਤੇ ਆ ਚੁੱਕੇ ਨੇ। ਤੇ ਜੇ ਡਾਕਟਰ ਮਹਿੰਦਰ ਵੀ ਆਣਾ ਚਾਹੁੰਦੇ ਤਾਂ ਉਹਨਾਂ ਨੂੰ ਜੇ ਚੁਣਾਵ ਲੜਾਉਣ ਦੀ ਜਿਹੜੀ ਰਣਨੀਤੀ ਹੈ ਜਾਂ ਤੁਹਾਡੀ ਤਿਆਰੀ ਹੈ ਉਹ ਕਿੱਥੋਂ ਕਰਨੀ ਚਾਹੀਦੀ? ਅਬਰੋਲ ਸਾਹਿਬ, ਇਹ ਫੈਸਲਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਰਨਾ, ਇਹ ਫੈਸਲਾ ਕੋਰ ਕਮੇਟੀ ਨੇ ਕਰਨਾ। ਅੱਜ ਕੋਈ ਵੀ ਗੱਲ ਕਰਨੀ ਉਹ ਜਲਦਬਾਜ਼ੀ ਹੋਏਗੀ। ਅੱਜ ਤੱਕ ਨਾ ਤਾਂ ਫਾਜ਼ਿਲਕਾ ਦਾ ਕੋਈ ਕੈਂਡੀਡੇਟ ਅਨਾਉਂਸ ਕੀਤਾ ਗਿਆ ਔਰ ਨਾ ਹੀ ਅਬੋਹਰ ਦਾ ਕੀਤਾ ਗਿਆ। ਔਰ ਪਾਰਟੀ ਜਿਸ ਵੀ ਕੈਂਡੀਡੇਟ ਨੂੰ ਅਨਾਉਂਸ ਕਰੇਗੀ ਉਹ ਦੋਵੇਂ ਸੀਟਾਂ ਜਿਹੜੀਆਂ ਨੇ ਉਹ ਜਿੱਤ ਕੇ ਸ਼੍ਰੋਮਣੀ ਅਕਾਲੀ ਦਲ ਦੀ ਝੋਲੀ ਦੇ ਵਿੱਚ ਪੈਣਗੀ। ਮਿਹਰਬਾਨੀ ਜੀ, ਤੁਹਾਡਾ ਬਹੁਤ ਸਮਾਂ लिया। बहुत धन्यवाद। ABN न्यूज चैनल देखने वाले सभी दर्शकों से हम अपील करते हैं कि ABN न्यूज चैनल पर ऐसी ही लेटेस्ट खबरें देखने के लिए हमारे चैनल को सब्सक्राइब करना ना भूलें। जय हिंद, जय भारत।